ਕੇਂਦਰ ਦੀ ਮੋਦੀ ਸਰਕਾਰ ਨਿੱਜੀਕਰਨ ਦੇ ਰਾਹ ਪਈ ਹੈ। ਧੜੱਲੇ ਨਾਲ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਤਾਂ ਇਸ ਦਰਮਿਆਨ ਇਹ ਸਵਾਲ ਵੀ ਉੱਠਿਆ ਹੈ ਕਿ ਨਰਿੰਦਰ ਮੋਦੀ ਦੇ ਲਈ ਰਾਜਨੀਤਿਕ ਮੁਸੀਬਤ ਬਣ ਸਕਦੀ ਹੈ ਸਰਕਾਰੀ ਸੰਪत्तियां ਦੀ ਥੋਕ ਵਿਕਰੀ। ਨਿੱਜੀਕਰਨ ਨੂੰ ਲੈ ਕੇ ਸਰਕਾਰ ਨੂੰ ਪਰੇਸ਼ਾਨ ਕਰਨ ਵਾਲਾ ਸਭ ਤੋਂ ਮੁਸ਼ਕਿਲ ਸਵਾਲ ਇਹੀ ਹੈ ਕਿ ਸਰਕਾਰੀ ਸੰਪत्तियां ਨੂੰ ਕਿਸ ਕੀਮਤ ਤੇ ਵੇਚਿਆ ਜਾਣਾ ਚਾਹੀਦਾ ਹੈ। ਰਾਜਨੀਤਿਕ ਆਰਥਿਕ ਸੁਧਾਰਾਂ ਦੇ ਪ੍ਰਤੀ ਰਵੱਈਏ ਦੀ ਗੱਲ ਕਰੀਏ ਤਾਂ 2021 ਦੇ ਨਰਿੰਦਰ ਮੋਦੀ 2015 ਦੇ ਨਰਿੰਦਰ ਮੋਦੀ ਤੋਂ ਕਾਫੀ ਅਲੱਗ ਨਜ਼ਰ ਆਉਂਦੇ ਹਨ। ਇਹਨਾਂ ਦੋ ਵੱਖ-ਵੱਖ ਰਵੱਈਆਂ ਦੇ ਪਿੱਛੇ ਦੇ ਕਾਰਨ ਅਤੇ ਪ੍ਰੇਰਨਾਵਾਂ ਆਪਣੇ ਆਪ ਵਿੱਚ ਹੀ ਸੋਚਣ ਵਿਚਾਰਨ ਦੇ ਵਿਸ਼ੇ ਹਨ। 2015 ਵਿੱਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਡਰਾਫਟ ਬਜਟ ਤਜਵੀਜ਼ਾਂ ਨੂੰ ਇਹ ਯਾਦ ਕੀਤਾ ਜਾ ਸਕਦਾ ਹੈ ਕਿ ਉਸ ਸਮੇਂ ਦੇ ਸੁਧਾਰਾਂ ਦਾ ਕੇਂਦਰ ਬਿੰਦੂ ਆਖਰਕਾਰ ਸਰਕਾਰ ਦੇ ਅਧੀਨ ਰਹਿ ਜਾਣ ਵਾਲੇ 5-6 ਵੱਡੇ ਜਨਤਕ ਖੇਤਰ ਦੇ ਬੈਂਕਾਂ ਦੇ ਇਲਾਵਾ ਜ਼ਿਆਦਾਤਰ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨੂੰ ਸੁਗਮ ਬਣਾਉਣ ਦੇ ਲਈ ਬੈਂਕ ਨੈਸ਼ਨਲਾਈਜੇਸ਼ਨ ਅਧਿਨਿਯਮ 'ਚ ਛੋਟੇ-ਮੋਟੇ ਬਦਲਾਵ ਕਰਨਾ ਸੀ। ਇਹ ਤਜਵੀਜ਼ ਜੇਟਲੀ ਅਤੇ ਉਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਰੱਖੀ ਗਈ ਸੀ। ਅਸਲ ਵਿੱਚ ਉਸ ਵੇਲੇ ਰਿਟਾਇਰ ਹੋ ਚੁੱਕੇ ਇੱਕ ਅਧਿਕਾਰੀ ਨੇ ਸ਼ੁੱਡ ਬੈਂਕ ਨੈਸ਼ਨਲਾਈਜੇਸ਼ਨ ਰਿਮੇਨ ਅ ਹੋਲੀ ਕਾਓ ਦੇ ਸਿਰਲੇਖ ਵਾਲੇ ਸਲਾਈਡ ਨੂੰ ਸਹੇਜ ਕੇ ਵੀ ਰੱਖ ਲਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤਜਵੀਜ਼ ਨੂੰ ਉਸ ਵੇਲੇ ਖਾਰਜ ਕਰ ਦਿੱਤਾ, ਜਿਸ ਨਾਲ ਸਾਬਕਾ ਖਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਕਾਫੀ ਅਪਰਸੰਨ ਹੋ ਗਏ ਸਨ, ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਇਹ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਸਭ ਤੋਂ ਵੱਡੇ ਸੁਧਾਰ ਸਨ। ਜੇਟਲੀ ਦੇ ਨਾਲ ਕੰਮ ਕਰਨ ਵਾਲੇ ਇੱਕ ਅਧਿਕਾਰੀ ਦੇ ਮੁਤਾਬਕ ਜੇਟਲੀ ਖਾਸ ਤੌਰ ਤੇ ਇਸ ਨੂੰ ਆਪਣੇ ਸਥਾਈ ਵਿਰਾਸਤ ਬਣਾਉਣਾ ਚਾਹੁੰਦੇ ਸਨ ਅਤੇ ਹੋਰ ਸਮੇਂ ਦੇ ਕੰਢੇ 6 ਸਾਲ ਅੱਗੇ ਖਿਸਕਾ ਦਿੱਤੇ ਜਾਣ। ਠੀਕ ਉਸੇ ਮਤੇ ਯਾਨੀ ਬੈਂਕਾਂ ਦੇ ਨਿੱਜੀਕਰਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਕਰ ਲਿਆ ਅਤੇ ਇਸ ਵੱਡੇ ਹਿਰਦੇ ਪਰਿਵਰਤਨ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ। ਉਸ ਵੇਲੇ ਨਿੱਜੀਕਰਨ ਨੂੰ ਖਾਰਜ ਕਰਨ ਦੇ ਪਿੱਛੇ ਮੋਦੀ ਦਾ ਤਰਕ ਯਕੀਨੀ ਤੌਰ ਤੇ ਇਹੀ ਸੀ ਕਿ ਕਲਿਆਣਕਾਰੀ ਕੰਮ ਕਰਨ ਦੇ ਲਈ ਉਸ ਤੱਕ ਸੁਨਿਸ਼ਚਿਤ ਪਹੁੰਚ ਬਣਾਉਣ ਦੇ ਲਈ ਵਿਆਪਕ ਜਨਤਾ ਤੱਕ ਪਹੁੰਚਣਾ ਹੋਵੇਗਾ। ਉਸ ਦੇ ਲਈ ਸਰਕਾਰ ਦਾ ਬੈਂਕਾਂ ਤੇ ਨਿਯੰਤਰਣ ਜ਼ਰੂਰੀ ਹੈ। ਪਰ ਹੁਣ ਅਜਿਹਾ ਕੀ ਬਦਲ ਗਿਆ ਕਿ ਬੈਂਕਾਂ ਦੇ ਨਿੱਜੀਕਰਨ ਵੱਲ ਸਰਕਾਰ ਵਧ ਰਹੀ ਹੈ। ਨਾਲ ਹੀ ਉਹਨਾਂ ਨੇ ਹਿਸਾਬ ਵੀ ਲਗਾਉਣਾ ਹੋਵੇਗਾ ਕਿ ਬੈਂਕਾਂ ਦੇ ਵਿਆਪਕ ਨਿੱਜੀਕਰਨ ਅਭਿਆਨ ਦਰਮਿਆਨ ਜਦੋਂ ਲੱਖਾਂ ਬੈਂਕ ਮੁਲਾਜ਼ਮ ਇਸ ਦਾ ਵਿਰੋਧ ਕਰ ਰਹੇ ਹੋਣਗੇ, ਜਿਵੇਂ ਕਿ ਹੁਣ ਹੋ ਰਿਹਾ ਹੈ, ਵਿਮੁਦਰੀਕਰਨ ਯਾਨੀ ਨੋਟਬੰਦੀ ਦੀ ਕਵਾਇਦ ਨੂੰ ਅੰਜਾਮ ਨਹੀਂ ਦਿੱਤਾ ਜਾ ਸਕੇਗਾ। ਇਸ ਲਈ ਮੋਦੀ ਆਪਣੇ ਪਹਿਲੇ ਪ੍ਰੋਗਰਾਮ ਵਿੱਚ ਆਰਥਿਕ ਪ੍ਰਬੰਧਕਾਂ ਦੇ ਖੇਤਰ ਵਿੱਚ ਇੰਦਰਾ ਗਾਂਧੀ ਦੀ ਤਰ੍ਹਾਂ ਕਾਫੀ ਹੱਦ ਤੱਕ ਰਾਜ ਨਿਯੰਤਰਣ ਵਾਲੀ ਸ਼ੈਲੀ ਅਪਣਾਉਣ ਦਾ ਦਿਖਾਵਾ ਕਰਕੇ ਖੁਸ਼ ਸਨ। ਉਸ ਨੂੰ ਮਿਨੀਮਮ ਗਵਰਨਮੈਂਟ ਯਾਨੀ ਖੁੱਲੀ ਅਰਥ ਵਿਵਸਥਾ ਦੀ ਪੈਰੋਕਾਰੀ ਕਰਨ ਵਾਲੇ ਉਹਨਾਂ ਦੇ ਕਈ ਪਰੰਪਰਾਗਤ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ, ਜਿਨ੍ਹਾਂ ਨੂੰ ਲੱਗਦਾ ਸੀ ਕਿ ਮੋਦੀ ਆਰਥਿਕ ਗਤੀਵਿਧੀਆਂ ਤੋਂ ਸਰਕਾਰ ਨੂੰ ਪੂਰੀ ਤਰ੍ਹਾਂ ਬਾਹਰ ਕੱਢੇ ਜਾਣ ਦੇ ਯੁੱਗ ਦਾ ਆਗਾਜ਼ ਕਰਨਗੇ। ਠੀਕ ਉਹ ਲੋਕ ਹੀ ਆਰਥਿਕ ਵਿਕਾਸ ਅਤੇ ਉਸ ਦੇ ਨਤੀਜਿਆਂ ਦੇ ਤੌਰ ਤੇ ਸਰਕਾਰੀ ਰਾਜਸਵ ਦੇ ਲੜ ਖੜਾਉਣ ਦੀ ਸੂਰਤ ਵਿੱਚ ਸਰਕਾਰ ਚਲਾਉਣ ਦੇ ਲਈ ਪੈਸੇ ਦਾ ਇੰਤਜ਼ਾਮ ਕਰਨ ਦੇ ਲਈ ਸਰਕਾਰੀ ਸੰਪत्तियां ਜਨਤਕ ਖੇਤਰ ਦੇ ਬਲੂ ਚਿਪ ਉਪਕਰਮਾਂ, ਬੈਂਕਾਂ ਤੇ ਗੈਸ ਪਾਈਪਲਾਈਨ, ਪਾਵਰ ਗ੍ਰਿਡ ਆਦਿ ਵਰਗੇ ਬੁਨਿਆਦੀ ਢਾਂਚੇ ਨੂੰ ਵੇਚਣ ਦੇ ਪ੍ਰਧਾਨ ਮੰਤਰੀ ਦੀ ਮੁਹਿੰਮ ਤੇ ਫੁੱਲੇ ਨਹੀਂ ਸਮਾ ਰਹੇ। ਹੁਣ ਸਰਕਾਰੀ ਸੰਪत्तियां ਨੂੰ ਵੇਚਣ ਅਤੇ ਪੈਸੇ ਦਾ ਇੰਤਜ਼ਾਮ ਕਰਨ ਦੀ ਛਟਪਟਾਹਟ ਸਾਫ਼ ਦਿਖਾਈ ਦੇ ਰਹੀ ਹੈ ਅਤੇ ਵਿਡੰਬਣਾ ਇਹ ਹੈ ਕਿ ਸਾਰਾ ਅਭਿਆਨ ਆਤਮ ਨਿਰਭਰਤਾ ਦੇ ਨਾਮ ਤੇ ਚਲਾਇਆ ਜਾ ਰਿਹਾ ਹੈ। ਨਿਸ਼ਚਿਤ ਤੌਰ ਤੇ ਜਾਇਦਾਦ ਦੀ ਵਿਕਰੀ ਦਾ ਇੱਕ ਮਹੱਤਵਪੂਰਨ ਕਾਰਨ ਜ਼ਰੂਰੀ ਸੰਸਾਧਨਾਂ ਦਾ ਇੰਤਜ਼ਾਮ ਕਰਨਾ ਹੈ। ਇੱਥੋਂ ਤੱਕ ਕਿ ਨਿੱਜੀ ਖੇਤਰ ਵੀ ਸੰਸਾਧਨਾਂ ਨੂੰ ਇਕੱਠਾ ਕਰਨ ਦੇ ਲਈ ਆਪਣੀਆਂ ਸੰਪत्तियां ਨੂੰ ਵੇਚ ਰਹੇ ਹਨ। ਅੱਜ ਬਲੈਕਸਟੋਨ ਵਰਗੀ ਵਿਦੇਸ਼ੀ ਨਿੱਜੀ ਇਕੁਇਟੀ ਦੀ ਵੱਡੀ ਕੰਪਨੀਆਂ 'ਚ ਸਭ ਤੋਂ ਵੱਡੀ ਭੂਮੀ ਬੈਂਕ ਦੇ ਮਾਲਕ ਹਨ, ਕਿਉਂਕਿ ਉਹਨਾਂ ਨੂੰ ਪੂਰੇ ਦੇਸ਼ ਵਿੱਚ ਰੀਅਲ ਅਸਟੇਟ ਸੰਪत्ति ਖਰੀਦੀ। ਘਰੇਲੂ ਕੰਪਨੀਆਂ ਆਪਣੀ ਇਕੁਇਟੀ ਦੀ ਤੁਲਨਾ 'ਚ ਅਧਿਕ ਖਰਚ ਵਿੱਚ ਹਨ। ਉਹਨਾਂ ਦੀ ਸਭ ਤੋਂ ਕੀਮਤੀ ਸੰਪत्ति ਦੀ ਇਕੁਇਟੀ ਵੈਸ਼ਵਿਕ ਮਲਟੀਨੇਸ਼ਨਲ ਕੰਪਨੀਆਂ ਨੂੰ ਵੇਚ ਰਹੀ ਹੈ। ਅਡਾਨੀ ਨੇ ਆਪਣੇ ਇੱਕ ਆਕਰਸ਼ਕ ਗੈਸ ਵਿਤਰਣ ਪਰਿਯੋਜਨਾ ਦੀ ਹਿੱਸੇਦਾਰੀ ਫਰਾਂਸ ਦੀ ਵੱਡੀ ਤੇਲ ਕੰਪਨੀ ਨੂੰ ਵੇਚੀ ਹੈ। ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਆਪਣੇ ਵਿਦੇਸ਼ੀ ਹਿੱਸੇਦਾਰਾਂ ਨੂੰ ਹੌਲੀ-ਹੌਲੀ ਆਪਣੀ ਇਕੁਇਟੀ ਦਾ ਵੱਡਾ ਹਿੱਸਾ ਲੈਣ ਦੇ ਰਹੀ ਹੈ। ਇੱਥੋਂ ਤੱਕ ਕਿ ਪਰੰਪਰਾਗਤ ਤੌਰ ਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀ ਲਿਮਟਿਡ ਵਰਗੇ ਨਕਦ ਦੇ ਢੇਰ ਤੇ ਬੈਠੇ ਰਹਿਣ ਵਾਲੇ ਸਮੂਹ ਵੀ ਇਸ ਕਦਰ ਕਰਜ਼ ਵਿੱਚ ਡੁੱਬੇ ਹਨ ਅਤੇ ਇਸ ਨੂੰ ਆਪਣੇ ਫੇਸਬੁੱਕ ਅਤੇ ਗੂਗਲ
ਵਰਗੀਆਂ ਵੱਡੀਆਂ ਵੈਸ਼ਵਿਕ ਕੰਪਨੀਆਂ ਨੂੰ ਆਪਣਾ ਸ਼ੇਅਰ ਵੇਚਣਾ ਪਿਆ ਤਾਂ ਕਿ ਉਹ 2 ਲੱਖ ਕਰੋੜ ਤੋਂ ਵੱਧ ਦਾ ਕਰਜ਼ ਆਪਣੇ ਖਾਤੇ 'ਚ ਘੱਟ ਕਰ ਸਕਣ। ਨਗਦ ਜਟਾਉਣ ਦੇ ਲਈ ਸਿਰਫ ਸਰਕਾਰ ਹੀ ਵੱਡੇ ਪੈਮਾਨੇ ਤੇ ਆਪਣੀ ਜਾਇਦਾਦ ਨੂੰ ਨਹੀਂ ਵੇਚ ਰਹੀ, ਬਲਕਿ ਨਿੱਜੀ ਖੇਤਰ ਵੀ ਇਹੀ ਕਰ ਰਿਹਾ ਹੈ। ਪਰ ਨਿੱਜੀ ਕੰਪਨੀਆਂ ਨੂੰ ਆਪਣੀ ਸੰਪत्तियां ਦੀ ਕਿਤੇ ਬਿਹਤਰ ਕੀਮਤ ਮਿਲ ਰਹੀ ਹੈ। ਨਗਦ ਦੇ ਸੰਕਟ ਤੋਂ ਅਰਥ ਵਿਵਸਥਾ ਦਾ ਕੋਈ ਖੇਤਰ ਅਛੂਤਾ ਨਹੀਂ ਹੈ। ਇੱਕ ਤਰ੍ਹਾਂ ਨਾਲ ਦੇਖੀਏ ਤਾਂ ਸਰਕਾਰ ਅਤੇ ਨਿੱਜੀ ਖੇਤਰ ਦੋਵੇਂ ਹੀ ਪਿਛਲੇ 5 ਸਾਲਾਂ ਤੋਂ ਸਤਤ ਤਰੀਕੇ ਨਾਲ ਥੱਲੇ ਲੁੜਕ ਰਹੀ ਅਰਥ ਵਿਵਸਥਾ ਵਿੱਚ ਇੱਕ ਅਭੂਤਪੂਰਵ ਸਮੱਸਿਆ ਨਾਲ ਜੂਝ ਰਹੇ ਹਨ। ਲਘੂ ਅਤੇ ਅਨੌਪਚਾਰਿਕ ਖੇਤਰ ਵਿੱਚ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਹਨ, ਖਾਸ ਕਰ ਕੋਵਿਡ-19 ਲਾਕਡਾਊਨ ਤੋਂ ਬਾਅਦ। 2015 ਵਿੱਚ ਨਰਿੰਦਰ ਮੋਦੀ ਸਾਫ਼ ਤੌਰ ਤੇ ਜ਼ਿਆਦਾਤਰ ਆਤਮ ਵਿਸ਼ਵਾਸ ਅਤੇ ਆਸ਼ਵਸਤ ਸਨ, ਇਸ ਲਈ ਉਹਨਾਂ ਨੇ ਸਾਰਵਜਨਿਕ ਖੇਤਰ ਦੇ ਉਪਕਰਮਾਂ ਦੀ ਸੰਪत्तियां ਅਤੇ ਬੈਂਕਾਂ ਦੇ ਥੋਕ ਵਿੱਚ ਨਿੱਜੀਕਰਨ ਦਾ ਰਸਤਾ ਨਹੀਂ ਅਪਣਾਇਆ। ਅੱਜ ਜਦੋਂ ਅਰਥ ਵਿਵਸਥਾ ਜ਼ਮੀਨ ਤੇ ਮੁੱਦੇ ਮੁੱਢ ਡਿੱਗੀ ਹੋਈ ਹੈ, ਜਿਸ ਨਾਲ ਸਰਕਾਰ ਦੀ ਆਮਦਨੀ ਵਿੱਚ ਭਾਰੀ ਕਮੀ ਆਈ ਹੈ, ਦਹਾਕਿਆਂ 'ਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ, ਮਹਾਮਾਰੀ ਦੇ ਕਾਰਨ ਸੰਸਾਧਨ ਸੰਕਟ ਹੋਰ ਗਹਿਰਾ ਗਿਆ ਹੈ, ਉਸ ਦੇ ਕੋਲ ਜ਼ਿਆਦਾ ਵਿਕਲਪ ਨਹੀਂ ਹਨ। ਨਤੀਜੇ ਦੇ ਤੌਰ ਤੇ ਕਹੀਏ ਤਾਂ ਮੋਦੀ ਦੀਆਂ ਨੀਤੀਆਂ ਅਤੇ ਰਾਜਨੀਤਿਕ ਅਰਥ ਵਿਵਸਥਾ ਨੂੰ ਲੈ ਕੇ ਬੁਨਿਆਦੀ ਰਵੱਈਏ ਵਿੱਚ ਬਦਲਾਵ ਕਿਸੇ ਗਹਿਰੀ ਪ੍ਰਤੀਦਵਤਾ ਦੀ ਉਪਜ ਨਾ ਹੋ ਕੇ ਕਾਫੀ ਹੱਦ ਤੱਕ ਅਵਸਰਵਾਦੀ ਪ੍ਰਤੀਤ ਹੁੰਦੇ ਹਨ। ਅਜਿਹੇ ਵਿੱਚ ਜਦਕਿ ਅਰਥ ਵਿਵਸਥਾ ਹੇਠਲੇ ਸਤਰ ਤੇ ਹੈ ਤਾਂ ਕੋਈ ਨਵਾਂ ਨਿੱਜੀ ਨਿਵੇਸ਼ ਨਹੀਂ ਆ ਰਿਹਾ। ਉਹ ਕਾਰਪੋਰੇਟ ਦੁਆਰਾ ਸਸਤੇ ਕਰਜ਼ ਅਤੇ ਟੈਕਸ ਫਾਇਦਿਆਂ ਦੇ ਜ਼ਰੀਏ ਆਰਥਿਕ ਗਤੀਵਿਧੀਆਂ ਨੂੰ ਗਤੀ ਦੇਣ ਤੇ ਜ਼ਿਆਦਾ ਨਿਰਭਰ ਹੋ ਰਹੀਆਂ ਹਨ। ਸੋ ਮੋਦੀ ਸਰਕਾਰ ਦੇ ਇਸ ਬਦਲੇ ਰਵੱਈਏ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।